ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ। ਵਿਊਅਰਸ 27 ਜੁਲਾਈ ਦੀ ਸਵੇਰ ਦੀਨਾਨਗਰ ਥਾਣੇ 'ਚ ਦਾਖਲ ਹੋਏ ਅਗਿਆਤ ਹਥਿਆਰਬੰਦ 3 ਵਿਅਕਤੀਆਂ ਨਾਲ 12 ਘੰਟੇ ਚੱਲੇ ਮੁਕਾਬਲੇ ਦੇ ਵਿੱਚ ਇਹ 3 ਵਿਅਕਤੀ ਮਾਰੇ ਗਏ। ਸਿਵਿਲੀਅਨਸ ਤੇ ਇੱਕ ਪੁਲਿਸ ਦਾ SP ਬਲਜੀਤ ਸਿੰਘ ਵੀ ਮਾਰਿਆ ਗਿਆ। ਦੀਨਾਨਗਰ 'ਚ ਇਸ ਹਮਲੇ ਅਤੇ ਪੁਲਿਸ ਕਾਰਵਾਈ ਨੂੰ ਬਾਦਲ ਨੇ ਰਾਸ਼ਟਰ ਦੀ ਜਿੱਤ ਦੱਸਿਆ ਹੈ। ਭਾਰਤੀ ਮੀਡੀਆ ਇਸ ਨੂੰ ਪਾਕਿਸਤਾਨ ਦੇ ਖਾਤੇ ਵਿੱਚ ਪਾ ਰਿਹਾ ਹੈ। ਸੁਬਰਮਨੀਅਮ ਸਵਾਮੀ ਨੇ ਇਸ ਘਟਨਾ ਨੂੰ ਬੱਬਰ ਖਾਲਸਾ ਨਾਲ ਜੋੜਨ ਦੀ ਬਿਆਨਬਾਜ਼ੀ ਕੀਤੀ ਹੈ, ਪਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨੇ ਇਸ ਨੂੰ ਬਾਦਲਾਂ ਦੀ ਆਪਣੀ ਡਰਾਮੇਬਾਜ਼ੀ ਦੱਸਿਆ ਹੈ। ਸੋ ਵੀਅਰਸ, ਅੱਜ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਇਸ ਇਸ਼ੂ ਤੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਇਸ ਸਭ ਦੀ ਸੱਚਾਈ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਦੀਨਾਨਗਰ ਘਟਨਾ ਤੋਂ ਹੀ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਇਸ ਦੀਨਾਨਗਰ ਦੀ ਘਟਨਾ ਸੰਬੰਧੀ ਅੱਡ-ਅੱਡ ਲੋਕਾਂ ਦੇ ਵਿਚਾਰ ਆ ਰਹੇ ਨੇ, ਲੋਕ ਵਿਚਾਰ ਦੇ ਰਹੇ ਨੇ। ਮੀਡੀਆ ਨੇ ਵੀ ਇਸ ਮਾਮਲੇ ਦੇ ਵਿੱਚ ਸਿੱਖਾਂ ਨੂੰ ਵੀ ਬਦਨਾਮ ਕੀਤਾ। ਈਵਨ ਤੁਹਾਡੀ ਸਟੇਟਮੈਂਟ ਨੂੰ ਵੀ ਮੀਡੀਆ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ TV 84 ਦੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ ਕਿ ਇਹ ਘਟਨਾ ਕੀ ਹੈ, ਇਸ ਘਟਨਾ ਦੇ ਪਿੱਛੇ ਕਿਸ ਦਾ ਮਾਸਟਰਮਾਈਂਡ ਹੈ ਅਤੇ ਇਸ ਘਟਨਾ ਦਾ ਕਿਸ ਨੂੰ ਫਾਇਦਾ ਹੋ ਸਕਦਾ ਹੈ। ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਦੇਖੋ ਭੈਣ ਜੀ, ਜਿੱਥੋਂ ਤੱਕ ਇਸ ਘਟਨਾ ਦਾ ਸਬੰਧ ਆ, ਇਹ ਘਟਨਾ ਪਹਿਲੀ ਗੱਲ ਤਾਂ ਬਹੁਤ ਦੁਖਦਾਈ ਹੈ ਜੀ। ਇਹ ਜਦੋਂ ਘਟਨਾ ਸਵੇਰੇ ਅਰਲੀ ਮਾਰਨਿੰਗ 5:30 ਵਜੇ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਦੀਨਾਨਗਰ ਥਾਣੇ ਤੇ ਫਾਇਰਿੰਗ ਹੋ ਰਹੀ ਆ। ਹਾਂਜੀ। ਤਾਂ ਸਾਰਿਆਂ 'ਚ ਬੜੀ ਉਤਸੁਕਤਾ ਸੀ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇਹੋ ਜਿਹੀ ਘਟਨਾ ਵਾਪਰੀ ਹੈ। ਦੀਨਾਨਗਰ ਬੜਾ ਪੀਸਫੁਲ ਏਰੀਆ ਸੀ, ਉੱਥੇ ਕਦੀ ਵੀ ਇਹੋ ਜਿਹੀ ਕੋਈ ਘਟਨਾ ਦਾ ਕਦੀ ਜ਼ਿਕਰ ਨਹੀਂ ਸੀ ਹੋਇਆ ਜੀ। ਦੀਨਾਨਗਰ ਜਿਹੜਾ ਇੰਟਰਨੈਸ਼ਨਲ ਬਾਰਡਰ ਤੋਂ ਕੋਈ 10-12 ਕਿਲੋਮੀਟਰ ਦੇ ਫਾਸਲੇ ਤੇ ਆ। ਹਾਂਜੀ। ਪਹਿਲਾ ਪੁਲਿਸ ਸਟੇਸ਼ਨ ਉਧਰ ਨਰੋਟ ਜੈਮਲ ਸਿੰਘ ਆਉਂਦਾ। ਹਾਂਜੀ। ਇਹ ਜਿਹੜੀ ਘਟਨਾ ਹੋਈ ਆ, ਇਹ ਸਭ ਤੋਂ ਪਹਿਲਾਂ ਇੱਕ ਜਿਹੜਾ ਕਹਿੰਦੇ ਆ ਕਿ ਬੰਬ ਜਿਹੜੇ ਆ ਰੇਲਵੇ ਟਰੈਕ ਤੇ ਲਾਏ ਗਏ ਆ ਜੀ, ਉਹਦੀ ਸੂਚਨਾ ਜਿਹੜੀ ਆ ਇੱਕ ਗੁੱਜਰ ਸੀਗਾ ਕੋਈ ਜਿਹੜਾ ਸੁੱਤੇ ਉਸ ਪਾਸੇ ਗਿਆ ਸੀ, ਉਹਨੇ ਇਨਫੋਰਮੇਸ਼ਨ ਦਿੱਤੀ ਆ ਸਾਰਿਆਂ ਨੂੰ। ਪਹਿਲੀ ਗੱਲ ਤੇ ਇਹ ਆ ਵੀ ਜਿਹੜੀ ਇਨਫੋਰਮੇਸ਼ਨ ਦੇਣ ਦੀ ਗੱਲ ਆ ਜੀ, ਉਹ ਵੱਖ-ਵੱਖ ਨਾਵਾਂ ਤੇ ਦਿੱਤੀ ਜਾ ਰਹੀ ਆ। ਜਦੋਂ ਕਿ ਐਗਜ਼ੈਕਟ ਜਿਹੜਾ ਸਾਨੂੰ ਉੱਥੇ ਜਾ ਕੇ ਪਤਾ ਲੱਗਾ, ਜਦੋਂ ਅਸੀਂ ਲੋਕਾਂ ਦੇ ਘਰੀਂ ਅਫਸੋਸ ਕਰਨ ਗਏ ਆ, ਹਾਂਜੀ, ਤੇ ਗੈਰ ਮੁਸਲਮਾਨ ਲੋਕਾਂ ਨੇ, ਗੈਰ ਗੁੱਜਰਾਂ ਨੇ ਇਹਦੀ ਇਨਫੋਰਮੇਸ਼ਨ ਦਿੱਤੀ ਆ ਕਿ ਇਹਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਿ ਗੁੱਜਰ ਨੇ ਦਿੱਤੀ ਆ। ਉਹਦੇ ਸਦਕਾ ਇਹ ਹਾਦਸਾ ਜਿਹੜਾ ਰੇਲ ਐਕਸੀਡੈਂਟ ਜਿਹੜਾ ਟਲ ਗਿਆ ਜੀ। ਦੂਸਰਾ, ਜਦੋਂ ਇਹ ਆਏ ਕਿ ਉੱਥੋਂ ਥਾਣੇ ਦੇ ਲਾਗੇ ਆਇਆ, ਜਦੋਂ ਇਹਨਾਂ ਨੇ ਇੱਕ ਗੱਡੀ ਖੋਈ ਆ ਕਾਰ ਜਿਹਦੇ ਵਿੱਚ ਤਿੰਨੇ ਗਏ ਆ, ਉਸ ਬੰਦੇ ਨੂੰ ਜ਼ਖਮੀ ਕੀਤਾ, ਉਹਦੀ ਗੱਡੀ ਲੈ ਕੇ ਗਏ ਆ ਅੱਗੇ। ਇੱਕ ਬਹੁਤ ਹੀ ਗਰੀਬ ਆਦਮੀ ਸੀ ਜਿਹਦੀ ਛੋਲੇ ਭਟੂਰਿਆਂ ਦਾ ਰੇਹੜੀ ਸੀਗੀ ਜੀ, ਉਹਨੂੰ ਗੋਲੀ ਮਾਰੀ ਗਈ ਆ। ਹਾਂਜੀ। ਉਹਦੇ ਤੋਂ ਬਾਅਦ ਜਦੋਂ ਦੀਨਾਨਗਰ ਥਾਣੇ ਦੇ ਵਿੱਚ ਐਂਟਰ ਕੀਤੇ ਆ ਤਾਂ ਉਸ ਵੇਲੇ ਕੇਵਲ ਮੁਨਸ਼ੀ ਔਰ ਸੰਤਰੀ 2 ਬੰਦੇ ਜਿਹੜੇ ਆ ਥਾਣੇ ਦੇ ਵਿੱਚ ਜਾਗਦੇ ਸੀ ਜੀ, ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਔਰ ਉਪਰੰਤ ਥਾਣੇ ਦੇ ਵਿੱਚ ਜਦੋਂ ਸ਼ਾਮਲ ਹੋਏ ਆ ਤਾਂ 2 ਹੋਮਗਾਰਡ ਦੇ ਜਵਾਨ ਜਿਹੜੇ ਆ ਉਹ ਸੁੱਤੇ ਪਏ ਸੀ। ਆਪਣੀ ਰਾਤ ਦੀ ਨਾਈਟ ਪੈਟਰੋਲਿੰਗ ਤੋਂ ਬਾਅਦ ਉਹਨਾਂ ਨੂੰ ਸੁੱਤਿਆ ਹੋਇਆ ਨੂੰ ਗੋਲੀਆਂ ਮਾਰੀਆਂ। ਹਾਂਜੀ। ਉਹਦੇ ਬਾਅਦ ਫਿਰ ਜਦੋਂ ਫੋਰਸਾਂ ਨੂੰ ਪਤਾ ਲੱਗਾ ਤੇ ਫੋਰਸਾਂ ਸਾਰੀਆਂ ਉੱਥੇ ਹੌਲੀ-ਹੌਲੀ ਪਹੁੰਚਣੀਆਂ ਸ਼ੁਰੂ ਹੋਈਆਂ ਜੀ। ਤਾਂ ਜਿਹੜੀ ਬਾਕੀ ਕੈਜੂਅਲਟੀ ਆ, ਜਿਸ ਤਰ੍ਹਾਂ ਬਲਜੀਤ ਸਿੰਘ SPD ਸੀਗਾ ਜੀ, ਉਹ ਮਾਰਿਆ ਗਿਆ। ਹਾਂਜੀ। ਉਹਦੇ ਤੋਂ ਬਾਅਦ ਸਾਰੀਆਂ ਫੋਰਸਿਸ ਨੂੰ ਇਨਫਾਰਮ ਕੀਤਾ ਗਿਆ, ਦਿੱਲੀ ਤੋਂ ਵੀ ਔਰ ਜਿਹੜੀ ਆਰਮੀ ਨੂੰ ਵੀ ਉੱਥੇ ਬੁਲਾਇਆ ਗਿਆ ਜੀ। ਔਰ ਮੈਂ ਸਮਝਦਾ ਕਿ ਜੇ ਇਹ ਘਟਨਾ ਜਦੋਂ ਆਰਮੀ ਵੇਲੇ ਸਿਰ ਆ ਗਈ ਸੀ, ਉੱਥੇ ਪਹੁੰਚ ਗਈ ਸੀ ਜੀ, ਤੇ ਜੇ ਆਰਮੀ ਨੂੰ ਇਹ ਆਪਰੇਸ਼ਨ ਦਿੱਤਾ ਜਾਂਦਾ ਤੇ ਸ਼ਾਇਦ ਬਲਜੀਤ ਸਿੰਘ ਬਚ ਸਕਦਾ ਸੀ ਜੀ, ਕਿਉਂਕਿ ਬਾਕੀ ਜਿਹੜੇ 2 ਬੰਦੇ ਸਵੇਰੇ ਸੁੱਤੇ ਪਏ ਮਾਰੇ ਗਏ ਸੀ, ਜਾਂ ਉਹ ਤਾਂ ਨਹੀਂ ਸੀ ਟਾਲੇ ਜਾ ਸਕਦੇ, ਪਰ ਜਿਹੜੀਆਂ ਬਾਅਦ 'ਚ ਮੌਤਾਂ ਹੋਈਆਂ ਨੇ ਉਹ ਟਲ ਸਕਦੀਆਂ ਸਨ, ਕਿਉਂਕਿ ਆਰਮੀ ਕਿਸੇ ਦੇ ਹੁਕਮ ਨਾਲ ਆਈ ਸੀ। ਹਾਂਜੀ। ਜਿਹੜੀਆਂ ਦਿੱਲੀ ਤੋਂ NSG ਆਈ ਆ, ਉਹ ਵੀ ਕਿਸੇ ਦੇ ਹੁਕਮ ਨਾਲ ਆਏ ਸੀ ਜੀ, ਔਰ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਸੀ, ਨਾ ਕਿ ਪੰਜਾਬ ਪੁਲਿਸ ਨੂੰ। ਪੰਜਾਬ ਪੁਲਿਸ ਦੇ ਮੁਤਲਕ ਮੈਂ ਇਹੀ ਕਹਿਣਾ ਚਾਹੁੰਦਾ ਕਿ ਪੰਜਾਬ ਪੁਲਿਸ ਦੇ ਜਵਾਨ ਬੇਸ਼ੱਕ ਦਲੇਰ ਨੇ ਜੀ, ਬਹਾਦਰ ਨੇ, ਪਰ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਹੈ। ਇਹਨਾਂ ਦੇ ਕੋਲ ਜਿਹੜੇ
ਅੱਛੇ ਵੈਪਨ ਨਹੀਂ ਹਨ। ਜਿਹੜੇ ਚੰਗੇ ਵੈਪਨ ਨੇ ਉਹ VIP ਸਿਕਿਉਰਟੀਆਂ ਤੇ ਲੱਗੇ ਹੋਏ ਨੇ, ਉਹ ਜਿਹੜੇ ਵੱਡੇ ਵੱਡੇ ਅਫਸਰਾਂ ਦੇ ਕੋਲ ਲੱਗੇ ਹੋਏ ਨੇ। ਜਿਹੜੇ ਥਾਣਿਆਂ ਦੇ ਵਿੱਚ ਵੈਪਨ ਦਿੱਤੇ ਹੋਏ ਆ ਉਹ ਪੁਰਾਣੇ ਵੈਪਨ ਨੇ, 303 ਦੇ ਦੂਜੀਆਂ ਰਾਈਫਲਾਂ, ਜਿਨ੍ਹਾਂ ਦੇ ਵਿੱਚੋਂ ਬਹੁਤਾ ਉਸ ਵੇਲੇ ਜਿਹੜੇ ਵੈਪਨ ਨੇ ਉਹ ਚੱਲੇ ਹੀ ਨਹੀਂ। ਜਿਵੇਂ ਇਹਨਾਂ ਨੇ ਕਈ ਗ੍ਰਨੇਡ ਸੁੱਟੇ ਆ, ਉਹਨਾਂ ਦੇ ਵਿੱਚੋਂ ਮੇਰੇ ਖਿਆਲ 90% ਗ੍ਰਨੇਡ ਜਿਹੜੇ ਆ ਉਹ ਚੱਲ ਹੀ ਨਹੀਂ ਸਕੇ। ਤੋ ਮੈਂ ਸਮਝਦਾ ਕਿ ਇਹਨੂੰ ਜੇ ਅੱਛੀ ਤਰ੍ਹਾਂ ਹੈਂਡਲ ਕਰਦੇ ਤਾਂ ਏਡੀ ਵੱਡੀ ਕੈਜੂਅਲਟੀ ਨਹੀਂ ਸੀ ਹੋਣੀ। ਔਰ 12 ਘੰਟੇ ਲੱਗੇ ਇਸ ਆਪਰੇਸ਼ਨ ਨੂੰ, ਤੇ ਆਰਮੀ ਵਾਲੇ ਸਾਨੂੰ ਖੁਦ ਮਿਲੇ ਔਰ ਉਹਨਾਂ ਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ 15 ਮਿੰਟ ਦਾ ਸਾਡਾ ਸਾਰਾ ਆਪਰੇਸ਼ਨ ਸੀ। ਪਤਾ ਨਹੀਂ ਕਿ ਬਾਦਲ ਸਾਹਿਬ ਨੇ, ਪੰਜਾਬ ਪੁਲਿਸ ਨੇ ਜਦੋਂ ਆਰਮੀ ਨੂੰ ਸੱਦ ਲਿਆ ਹੋਇਆ ਸੀ, ਆਰਮੀ ਕਿਸੇ ਵੱਡੇ ਹੁਕਮ ਨਾਲ ਉੱਥੇ ਆਈ ਸੀ, NSG ਆ ਗਈ ਸੀ, ਤਾਂ ਫਿਰ ਉਹਨਾਂ ਨੂੰ ਇਹ ਆਪਰੇਸ਼ਨ ਕਿਉਂ ਨਹੀਂ ਦਿੱਤਾ ਗਿਆ? ਇਹ ਇੱਕ ਸ਼ੱਕ ਦੀ ਗੁੰਜਾਇਸ਼ ਪੈਦਾ ਕਰਦਾ। ਔਰ ਇਹਦੇ ਪਿੱਛੇ ਕੀ ਕਹਾਣੀ ਆ ਇਹ ਤਾਂ ਪਰਮਾਤਮਾ ਹੀ ਜਾਣਦਾ। ਔਰ ਜਿਹੜੇ ਬੰਦੇ ਆਏ ਆ ਕਿੱਥੋਂ ਆਏ, ਉਹਨਾਂ ਦੀ ਪ੍ਰੋਪਰ ਸ਼ਨਾਖਤ ਜਿਹੜੀ ਆ ਉਹ ਇਹਨਾਂ ਦਾ ਹੁਣ 2 ਦਿਨ ਬਾਅਦ ਆ ਰਿਹਾ ਵੀ CCTV ਦੇ ਕਿਸੇ ਪ੍ਰਾਈਵੇਟ ਤੇ ਉਹਨਾਂ ਦੀਆਂ ਫੋਟੋ ਆਈਆਂ ਨੇ। ਮੈਂ ਸਮਝਦਾ ਕਿ ਇਹਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਸੀ। ਇਹਦੇ ਵਿੱਚ ਬਹੁਤੇ ਗਰੀਬ ਲੋਕ ਨੇ, ਇੱਕ ਮਰਨ ਵਾਲਿਆਂ 'ਚ ਮੁਸਲਮਾਨ ਵੀ ਆ, ਗੁੱਜਰ ਵੀ ਆ ਮਰਨ ਵਾਲਿਆਂ ਦੇ ਵਿੱਚ। ਜਿਹੜਾ ਉਸ ਵੇਲੇ ਹਸਪਤਾਲ ਦੇ ਵਿੱਚ ਨਾਲ ਦਾ ਜਿਹੜਾ ਕਿਰਨ ਹਸਪੀਟਲ ਸੀਗਾ ਉੱਥੇ ਜ਼ੇਰੇ ਇਲਾਜ ਸੀ, ਉਹਦੀ ਵੀ ਡੈਥ ਹੋਈ ਆ। ਔਰ ਜਿਹਨੇ ਇਨਫੋਰਮੇਸ਼ਨ ਦਿੱਤੀ ਆ ਉਹ ਵੀ ਗੁੱਜਰ ਸੀ। ਉਹ ਪਤਾ ਨਹੀਂ ਹੁਣ ਕਹਾਣੀ ਕੀ ਹੈ, ਇਹਦਾ ਫਾਇਦਾ ਕਿਹਨੂੰ ਹੁੰਦਾ, ਕਿਹਨੂੰ ਨੁਕਸਾਨ ਹੁੰਦਾ। ਬਾਦਲ ਸਾਹਿਬ ਦੇ ਮਤਲਬ ਇਹ ਤਾਂ ਕਿਹਾ ਜਾਂਦਾ ਕਿ ਉਹ ਪੋਲੀਟਿਕਸ ਨੂੰ ਆਪਣੀ ਨੂੰ ਕਾਮਯਾਬ ਕਰਨ ਲਈ ਉਹ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਆ, ਜਿਹਦੇ ਕੋਈ ਸ਼ੱਕ ਨਹੀਂ। ਪਰ ਇਹ ਬਹੁਤ ਹੀ ਮਾੜੀ ਘਟਨਾ ਹੋਈ ਹੈ। ਇਹਦੇ ਵਿੱਚ ਜਿੰਨੇ ਮਰਨ ਵਾਲੇ ਆ ਉਹਨਾਂ ਦੇ ਵਿੱਚ ਮੈਂ ਕਹਿ ਸਕਦਾ ਕਿ 7 ਜਿਹੜੇ ਬੰਦੇ, ਜਿਨ੍ਹਾਂ ਦੇ ਵਿੱਚੋਂ 3 ਬੰਦੇ ਹੋਮਗਾਰਡ ਦੇ ਆ, ਇੱਕ SPD ਆ, ਔਰ 3 ਸਿਵਲੀਅਨ। ਉਹਨਾਂ ਦੇ ਵਿੱਚੋਂ 5 ਬੰਦੇ ਜਿਹੜੇ ਆ ਉਹ ਵਿਚਾਰੇ ਗਰੀਬ ਬਰਾਦਰੀ ਨਾਲ ਸੰਬੰਧ ਰੱਖਦੇ ਸੀ, 6ਵਾਂ ਮੁਸਲਮਾਨ ਸੀ। ਬਹੁਤ ਗਰੀਬ ਲੋਕ ਨੇ ਜਿਨ੍ਹਾਂ ਦੇ ਜਿਹੜੇ ਮਾਰੇ ਗਏ ਆ। ਔਰ ਮੈਂ ਸਮਝਦਾ ਵੀ ਜਿੰਨਾ ਵੀ ਇਹ ਕਰਤੂਤ ਕੀਤੀ ਆ ਉਹ ਕਿਸੇ ਵੀ ਜਾਤ ਬਰਾਦਰੀ ਨਾਲ ਨੇ, ਕਿਤੇ ਵੀ ਆਏ ਆ, ਉਹਨਾਂ ਦੀ ਸਭ ਨੂੰ ਨਿੰਦਾ ਕਰਨੀ ਚਾਹੀਦੀ ਹੈ। ਬਹੁਤ ਹੀ ਮਾੜੀ ਘਟਨਾ। ਔਰ ਇਸ ਦੁੱਖ ਦੀ ਘੜੀ 'ਚ ਸਾਰਿਆਂ ਨੂੰ ਯੂਨਾਈਟ ਹੋਣਾ ਚਾਹੀਦਾ, ਇਲਜ਼ਾਮਬਾਜ਼ੀ ਨਹੀਂ ਕਰਨੀ ਚਾਹੀਦੀ। ਬੜਾ ਦੁੱਖ ਹੁੰਦਾ ਜਿੱਦਾਂ ਤੁਸੀਂ ਦੱਸਿਆ ਕਿ ਸਾਨੂੰ ਵੀ ਜਦੋਂ ਪੁਲਿਸ ਵਾਲੇ ਆਪਣੇ ਜਿਹੜੇ ਪ੍ਰੈਸ ਵਾਲੇ ਸੀ ਕਈ ਮਿਲਦੇ ਸੀ, ਉਹ ਪਹਿਲਾਂ ਹੀ ਕੁਐਸਚਨ ਤੇ ਪੁੱਛਦੇ ਸੀ कि आतंकवाद पहले भी गुरदासपुर से शुरू हुआ था, अब 20 वर्ष बाद भी गुरदासपुर से ही शुरू हो रहा है, ये क्या है? वो जी गल सानू पूछना चाहते थे, असीं कहा जी भी ये तो कोई गुरदासपुर की कोई समस्या नहीं है, ये समस्या तो बाहर दी जाती है। जी गल तुसीं करनी चाहते हो बार बार इत्थे लियाउणा चाहते सीगे भी इहदे विच शायद कोई सिख मिलीटेंट जिहड़े आ ओह इनवॉल्व ने, यही गल कोई है नहीं सी। पर बार बार जो करते सी उदों दुख जरूर हुंदा सी इन्हां गल्लां दा ते बार बार सानूं इहो जिहियां गल्लां क्यों पुछदे आ। जी वीर जी, तो वीर जी गल की कि बेशक फौजी उत्थे पहुंच गई सी, स्पैशल कमांडर्स उत्थे पहुंच गए सी ते मौके ते पहुंचे सी, पर जिस तरह समेत साहिब ने 11 घंटे इस ऑपरेशन लमकाई रखिया। पर तुसीं कह रहे कि इस पिछे कहानी नहीं पता लगती क्यों लमकाई रखिया, क्योंकि ना उन्हां कोल चंगियां गन्स सीगियां, ना वैपन चंगे सी, ना ग्रेनेड चंगे सीगे। फिर पिछे कहानी की शायद लाइक उन्होंने उपरों उन्होंने शायद ऑर्डर आए होण कि फौज ते कमांडोज नूं ना ये भी हो सकता भी उत्तरों कोई हुक्म उन्होंने आ रहा हो, क्योंकि इन्हां दे कोल तां ट्रेंड बंदे है ही नहीं सी। इन्हां कोल जिहड़ियां गड्डियां दे विच बंदे भेजे आ, स्वैट दे मुंडे जिहड़े नौजवान बच्चे पंजाब दे जिहड़े जवान मुंडे आ, दलेर मुंडे आ, उन्हां वास्ते इन्हां कोल प्रॉपर प्रबंध है नहीं सी गड्डियां ते। इन्हां कोल JNK तो 2 मंगाइयां जिहदे विच बुलेट प्रूफ गड्डियां दे अंदर गए आ। और पता नहीं इन्ना लंबा टाइम इन्होंने इस ऑपरेशन से क्यों लाया वा। ये हौली हौली इहदियां पड़ता सारियां जिहड़ियां खुलणगियां। अज कोई भी बंदा खुल के इस गल नूं अपोज नहीं करना चाहुंदा। इत्थे रहण वाले सारे बंदियां दे मूंह बंद ने। हौली हौली सारी जिहड़ी असलीयत आ ओह बाहर आवेगी भी इहदे पिछे
ਕੀ ਮੋਟਿਵ ਸੀ, ਇਹਦਾ ਫਾਇਦਾ ਕਿਹਨੂੰ ਹੋਵੇਗਾ, ਆਉਣ ਵਾਲੇ ਦਿਨਾਂ ਦੇ ਵਿੱਚ ਹੌਲੀ ਹੌਲੀ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। ਹਾਂਜੀ ਵੀਰ ਸਾਰੀ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਗੱਲ ਸਮਝਾਈ ਪੂਰੀ ਕਿ ਇਹਨਾਂ ਕੁਛ ਹੈ ਨਹੀਂ ਸਿਰਫ ਮੈਂ ਜਿਸ ਤਰ੍ਹਾਂ ਜਾ ਰਹੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਇਹਨਾਂ ਕੁਛ ਵੀ ਨਹੀਂ ਸੀਗਾ ਫਿਰ ਵੀ ਇਹਨਾਂ 'ਚ ਲਮਕਾਈ ਰੱਖਿਆ 11 ਘੰਟੇ ਕਿਉਂਕਿ ਫੌਜ ਹੁੰਦੀ ਜਾਂ ਸਪੈਸ਼ਲ ਕਮਾਂਡਰ ਹੁੰਦੇ ਸ਼ਾਇਦ ਉਹ ਇਹਨਾਂ 3 ਬੰਦਿਆਂ ਨੂੰ ਲਾਈਵ ਫੜ ਸਕਦੀ ਸੀ ਪਰ ਜਿਸ ਤਰ੍ਹਾਂ ਸਮੇਤ ਸੈਣੀ ਦੇ 3 ਬੰਦੇ ਮਰਵਾ ਦਿੱਤੇ ਨੇ। ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਕੀ ਸਿੱਖ ਮਿਲੀਟੈਂਟ ਸੀਗੇ ਜਾਂ ਫਿਰ ਪਾਕਿਸਤਾਨ ਤੋਂ ਆਏ ਸੀਗੇ ਜਾਂ ਫਿਰ ਕਿਸੇ ਹੋਰ ਚੀਜ਼ ਨਾਲ ਕਿਉਂਕਿ ਹਰ ਬੰਦਾ ਆਪਣੀ ਆਪਣੀ ਬਿਆਨਬਾਜ਼ੀ ਦੇ ਰਿਹਾ। ਹੁਣ ਕਿਸੇ ਨੂੰ ਇਹ ਨਹੀਂ ਪਤਾ ਹੈਗਾ ਕਿ ਉਹ ਕੌਣ ਬੰਦੇ ਸੀ ਕਿਉਂਕਿ ਇਹਨਾਂ ਨੇ ਉਹ ਮਾਰ ਮੁਕਾਏ ਨੇ ਪਰ ਅਗਰ ਫੌਜ ਜਾਂ ਕਮਾਂਡੋ ਆਪਰੇਸ਼ਨ ਕਰਦੀ ਸ਼ਾਇਦ ਉਹਨਾਂ ਦੇ ਵਿੱਚੋਂ ਕੋਈ ਬੰਦਾ ਬਚ ਜਾਂਦਾ ਐਂਡ ਫਿਊਚਰ ਦੇ ਵਿੱਚ ਸਾਨੂੰ ਪਤਾ ਲੱਗ ਸਕਦਾ ਕਿ ਕਿਸਨੇ ਇਹ ਕਰਵਾਇਆ, ਇਸ ਦੇ ਪਿੱਛੇ ਕੌਣ ਸੀਗਾ, ਕਿਸ ਦਾ ਮਾਸਟਰਮਾਈਂਡ ਸੀ। ਸਾਰੇ ਇਕਵਿਪਮੈਂਟ ਹੈਗੇ ਸੀ ਫੌਜ ਵਾਲੇ ਤੇ ਕਹਿੰਦੇ ਸੀ ਵੀ ਅਸੀਂ ਧੂਏ ਵਾਲੇ ਬੰਬਾਂ ਦੇ ਨਾਲ ਅੰਦਰ ਉਹਨਾਂ ਨੂੰ ਜਿੰਦੇ ਵੀ ਫੜ ਸਕਦੇ ਸੀ ਔਰ 15 ਮਿੰਟ ਦਾ ਸਾਡਾ ਸਾਰਾ ਆਪਰੇਸ਼ਨ ਸੀ। ਇੰਨਾ ਲੰਬਾ ਕਿਉਂ ਲਮਕਾਇਆ ਗਿਆ ਇਹ ਵੀ ਇੱਕ ਮਿਸਟਰੀ ਹੈ ਜੀ। ਔਰ ਜਿੱਥੋਂ ਤੱਕ ਉਹਨਾਂ ਦਾ ਪਤਾ ਲੱਗਣ ਦਾ ਕਾਰਨ ਆ ਉਹਦੇ ਕਾਰਨ ਹੋਰ ਵੀ ਕਈ ਹੋ ਸਕਦੇ ਜੇ ਇਮਾਨਦਾਰੀ ਨਾਲ ਹੋਵੇ ਜੀ। ਉਹਨਾਂ ਦੀਆਂ ਜਿਹੜੀਆਂ ਪੋਸਟਮਾਰਟਮ ਮੈਡੀਕਲ ਰਿਪੋਰਟਸ ਨੇ ਉਹਨਾਂ ਤੋਂ ਪਤਾ ਲੱਗ ਸਕਦਾ ਵੀ ਉਹ ਕੌਣ ਸੀਗੇ ਜੀ, ਉਹ ਕਿਸ ਜਾਤ ਬਰਾਦਰੀ ਸੇ ਉਹਨਾਂ ਦੀ ਸਨਅਤ ਹੋਈ ਸੀ ਕਿ ਨਹੀਂ ਹੋਈ ਸੀ। ਸਾਰੀਆਂ ਗੱਲਾਂ ਦਾ ਪਤਾ ਲੱਗ ਸਕਦਾ ਜੇ ਨੀਤ ਸਾਫ਼ ਹੋਵੇ ਤਾਂ। ਹੁਣ ਪਤਾ ਨਹੀਂ ਇਹਨਾਂ ਗੱਲਾਂ ਤੇ ਪਰਦਾ ਪਾਉਣਾ ਚਾਹੁੰਦੇ ਆ ਜਾਂ ਇਹ ਗੱਲਾਂ ਉਜਾਗਰ ਕਰਨੀਆਂ ਚਾਹੁੰਦੇ ਆ ਕਿ ਨਹੀਂ ਕਰਨੀਆਂ ਚਾਹੁੰਦੇ ਤਾਂ ਪਰਮਾਤਮਾ ਹੀ ਜਾਣਦਾ। ਜੀ ਬਿਲਕੁਲ, ਪਰ ਘਟਨਾ ਬਹੁਤ ਮਾੜੀ ਹੋਈ ਹੈ। ਹਾਂਜੀ ਤੇ ਵੀਰ ਸਰ ਇੱਕ ਅੱਧਾ ਮਿੰਟ ਰਹਿ ਗਿਆ ਐਦਿਨ ਜਿਸ ਤਰ੍ਹਾਂ ਕੁਝ ਹਲਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਬਾਪੂ ਸੂਰਜ ਸਿੰਘ ਖਾਲਸਾ ਵੱਲੋਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਦਾ ਉਠਾਇਆ ਗਿਆ ਹੈ ਉਸ ਦੇ ਨਾਲ ਅਤੇ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀ ਇਹ ਅਕਾਲੀਆਂ ਦੀ ਦੁਰਦਸ਼ਾ ਹੋਈ ਉਹ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਅਕਾਲੀ ਜਾਂ ਪੰਜਾਬ ਦੇ ਲੀਡਰ ਜਿਹੜੇ ਦਾਵਾਦੋਲ ਹੋ ਰਹੇ ਉਹਨਾਂ ਦੀ ਸਥਿਤੀ ਦਾਵਾਦੋਲ ਹੋ ਰਹੀ ਇਸ ਨੂੰ ਮੁੱਖ ਰੱਖ ਕੇ ਸ਼ਾਇਦ ਇਹ ਇਸ ਤਰ੍ਹਾਂ ਦੀ ਘਟਨਾ ਕਰਵਾਈ ਗਈ ਹੈ। ਤੁਹਾਨੂੰ ਕੀ ਲੱਗਦਾ ਹੈ? ਨਹੀਂ ਹੋ ਸਕਦਾ ਜੀ, ਸਾਰੀਆਂ ਗੱਲਾਂ ਪੋਲੀਟੀਸ਼ੀਅਨ ਜਿਹੜੇ ਆ ਕੋਈ ਵੀ ਕਮੀਨੇ ਤੋਂ ਕਮੀਨਾ ਕੰਮ ਕਰ ਸਕਦੇ ਆ, ਇਹ 'ਚ ਤਾਂ ਕੋਈ ਦੋ ਰਹਿਵਾ ਨਹੀਂ ਆ। ਤੁਹਾਨੂੰ ਯਾਦ ਹੋਊਗਾ 36 ਸਿੰਘਪੁਰੇ ਦੇ ਵਿੱਚ ਜਦੋਂ ਇੱਥੇ ਕਲਿੰਟਨ ਨੇ ਆਉਣਾ ਸੀ ਉਹਦੇ ਤੋਂ ਪਹਿਲਾਂ ਜੀ ਉੱਥੇ ਕਿੰਨੇ ਸਿੱਖ ਮਰਵਾ ਦਿੱਤੇ ਗਏ ਸੀ। ਉਦੋਂ ਹੋਮ ਮਿਨਿਸਟਰ ਜਿਹੜਾ ਸੀਗਾ ਉਹ ਅਡਵਾਨੀ ਜੀ ਸੀ ਔਰ ਇੰਪ੍ਰੈਸ਼ਨ ਇਹ ਦੇ ਰਹੇ ਸੀ ਪਾਕਿਸਤਾਨ ਤੋਂ ਆਏ ਆ ਮਰਵਾਏ ਜਦੋਂ ਕਿ ਇਹਨਾਂ ਦੇ ਆਪਣੀ ਫੌਜ ਨਾਲ ਸੀਗੇ ਜੀ। ਬਿਲਕੁਲ, ਇਸ ਕਰਕੇ ਪੋਲੀਟਿਕਸ ਦੀ ਸਮਝ ਨਹੀਂ ਆਉਂਦੀ ਜੇ ਕਿੱਥੋਂ ਤੱਕ ਕਮੀਨੇ ਹੋ ਸਕਦੇ ਆ। ਇਹ ਇਨਸਾਨੀਅਤ ਦਾ ਖੂਨ ਕਰਨ ਲੱਗਿਆ ਅੱਧਾ ਮਿੰਟ ਵੀ ਨਹੀਂ ਲਾਉਂਦੇ ਆਪਣੇ ਪੋਲੀਟੀਕਲ ਮੋਟਿਵ ਵਾਸਤੇ। ਇਹ ਤਾਂ ਪਰਮਾਤਮਾ ਹੀ ਜਾਣਦਾ ਜੀ ਇਹਦੇ ਤੇ ਕੀ ਹੋਊਗਾ, ਕੀ ਇਹਨਾਂ ਨੇ ਕੀਤਾ। ਬਿਲਕੁਲ ਵੀਰ ਜੀ, ਪਰ ਵੀਰ ਜੀ ਇਹ ਗੱਲਾਂ ਹੌਲੀ ਹੌਲੀ ਸਾਰੀਆਂ ਜਗ ਜ਼ਾਹਰ ਹੋ ਜਾਂਦੀਆਂ ਹੁੰਦੀਆਂ। ਉਸ ਵੇਲੇ ਵੀ ਅਡਵਾਨੀ ਵਾਲੀ ਗੱਲ ਜਿਹੜੀ ਆ ਕਲਿੰਟਨ ਨੇ ਆਪਣੇ ਬੁੱਕ 'ਚ ਲਿਖ ਦਿੱਤੀ ਸੀ। ਇਹ ਵੀ ਹੋ ਸਕਦਾ ਕਿਸੇ ਵੇਲੇ ਜੇ ਕੋਈ ਇਹੋ ਜਿਹੀ ਇਹਨਾਂ ਨੇ ਵੱਧ ਬਿਆਨਦਾਰੀ ਕੀਤੀ ਹੋਊਗੀ ਤਾਂ ਉਹ ਵੀ ਸਮਾਂ ਪਾ ਕੇ ਸਾਰਿਆਂ ਦੇ ਸਾਹਮਣੇ ਆ ਜਾਏਗੀ। ਜੀ ਬਿਲਕੁਲ, ਜਿਸ ਤਰ੍ਹਾਂ ਚਿੱਠੀ ਸਿੰਘਪੁਰਾ ਦੇ ਵਿੱਚ ਇਹਨੇ 35 ਸਿੱਖਾਂ ਨੂੰ ਸ਼ਹੀਦ ਕੀਤਾ ਸੀ ਉਸੇ ਤਰ੍ਹਾਂ ਹੋਪਫੁਲੀ ਜਿਹੜੀ ਉਹ ਸੱਚਾਈ ਵੀ ਸਾਹਮਣੇ ਆਈ ਸੀ ਕਿਸ ਤਰ੍ਹਾਂ ਉਹਦੇ ਵਿੱਚ ਭਾਰਤ ਦੀ ਏਜੰਸੀਆਂ ਇਨਵੋਲਵ ਸੀਗੀਆਂ ਐਂਡ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੇਟ ਕਰ ਰਹੇ ਕਿ ਇਸ ਦੀ ਵੀ ਸੱਚਾਈ ਸਾਹਮਣੇ ਆਵੇ। ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਮੁੱਦੇ ਦੇ ਉੱਪਰ ਖਾਸ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਆਪਣਾ ਵੇਰਵਾ ਦਿੱਤਾ। ਸੋ ਇਸ ਤਰ੍ਹਾਂ ਕੋਲ ਹੁਣ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਵੀ ਬ੍ਰੇਕ ਵੱਲ ਜਾ ਰਿਹਾ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.